Attention Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਗੌੜੀ ਮਹਿਲਾ ਪੰਜਵਾਂ। ਜੀਅਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ਰਹਾਓ। ਸਾਡੀ ਜਿੰਦ ਦੇ ਲਈ ਅਸਲ ਦੇ ਵਿੱਚ ਉਹ ਪਰਮਾਤਮਾ ਦਾ ਨਾਮ ਹੀ ਇੱਕੋ ਇੱਕ ਆਸਰਾ ਹੈ। ਉਹਨੂੰ ਛੱਡ ਕੇ ਹੋਰ ਜਿਹੜੇ ਵੀ ਅਸੀਂ ਕਰਮ ਕਾਂਡ ਕਰਦੇ ਹਾਂ ਉਹਨਾਂ ਸਾਰਿਆਂ ਦੇ ਵਿੱਚ ਆਤਮਿਕ ਮੌਤ ਦਾ ਡਰ ਬਣਿਆ ਰਹਿੰਦਾ ਹੈ। ਉਹ ਕਾਰਜ ਜਿੰਨਾ ਚਿਰ ਅਸੀਂ ਕਰ ਰਹੇ ਹੁੰਦੇ ਹਾਂ ਉਹਨਾਂ ਚਿਰ ਅਸੀਂ ਖੁਸ਼ ਹਾਂ। ਮਨ ਦੇ ਵਿੱਚ ਇੱਕ ਸੰਤੁਸ਼ਟੀ ਹੁੰਦੀ ਹੈ ਕਿ ਅਸੀਂ ਇਹ ਧਾਰਮਿਕ ਕਾਰਜ ਜਾਂ ਕਰਮ ਕਾਂਡ ਕਰਦੇ ਪਏ ਹਾਂ। ਪਰ ਜਦੋਂ ਹੀ ਉਸ ਕਾਰਜ ਦੀ ਸਮਾਪਤੀ ਹੁੰਦੀ ਹੈ, ਮਨੁੱਖ ਫਿਰ ਤੋਂ ਵਿਵਹਾਰਕ ਜ਼ਿੰਦਗੀ ਦੇ ਵਿੱਚ ਆ ਜਾਂਦਾ ਹੈ ਤਾਂ ਮਨ ਦੀ ਅਵਸਥਾ ਜੋ ਹੈ ਫਿਰ ਤੋਂ ਵਿਚਲਤ ਵਾਲੀ ਹੋ ਜਾਂਦੀ ਹੈ, ਫਿਰ ਤੋਂ ਵਿਆਕੁਲਤਾ ਵਾਲੀ ਹੋ ਜਾਂਦੀ ਹੈ, ਫਿਰ ਤੋਂ ਮਾਇਆ ਦੇ ਮੋਹ ਦੇ ਵਿੱਚ ਮਨੁੱਖ ਡੁੱਬ ਜਾਂਦਾ ਹੈ। ਤੇ ਇਹੀ ਆਤਮਿਕ ਮੌਤ ਹੈ। ਅਵਰ ਜਤਨ ਨਹੀਂ ਪਾਈਐ ਵੱਡਾ ਭਾਗ ਹਰ ਧਿਆਈਐ। ਉਸ ਪਰਮਾਤਮਾ ਦਾ ਨਾਮ ਧਿਆਉਣ ਦਾ ਅਵਸਰ ਵੱਡੇ ਭਾਗਾਂ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਹੋਰ ਅਸੀਂ ਜਿਤਨੇ ਵੀ ਯਤਨ ਕਰ ਲਈਏ ਉਸ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਨਹੀਂ ਕਰ ਸਕਦੇ। ਜੋ ਧਾਰਮਿਕ ਕਰਮ ਕਾਂਡ ਬਣਾਏ ਗਏ ਹਨ ਉਹਨਾਂ ਦੇ ਰਾਹੀਂ ਅਸੀਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ, ਉਸ ਪਰਮਾਤਮਾ ਦੇ ਨਾਲ ਸਾਂਝ ਕਾਇਮ ਨਹੀਂ ਕਰ ਸਕਦੇ, ਕਿਉਂਕਿ ਉਹ ਸਾਰੇ ਦੇ ਸਾਰੇ ਕਰਮ ਕਾਂਡ ਸਾਨੂੰ ਬਾਹਰ ਵੱਲ ਜੋੜਦੇ ਹਨ, ਜਦਕਿ ਪਰਮਾਤਮਾ ਸਾਡੇ ਅੰਦਰ ਹੈ। ਜੇ ਉਹਦੇ ਨਾਲ ਸਾਂਝ ਕਾਇਮ ਕਰਨੀ ਹੈ ਤਾਂ ਲੋੜ ਹੈ ਕਿ ਅਸੀਂ ਆਪਣੇ ਅੰਦਰ ਝਾਕੀਏ ਤੇ ਜਿਹੜੇ ਧਾਰਮਿਕ ਕਾਰਜ ਨੇ, ਕਰਮ ਕਾਂਡ ਨੇ, ਉਹ ਸਾਡਾ ਧਿਆਨ ਬਾਹਰ ਵੱਲ ਲਗਾਉਂਦੇ ਨੇ। ਉਦੋਂ ਸਾਨੂੰ ਸਾਡੀ ਸੁਰਤ ਇੱਥੇ ਟਿਕੀ ਹੁੰਦੀ ਹੈ ਕਿ ਮੈਂ ਇਸ ਕਾਰਜ ਨੂੰ ਸਹੀ ਢੰਗ ਦੇ ਨਾਲ ਸੰਪੂਰਨ ਕਰਾਂ, ਕਿਤੇ ਮੇਰੇ ਤੋਂ ਇਹ ਕਾਰਜ ਕਰਦੇ ਤੋਂ ਕੋਈ ਗਲਤੀ ਨਾ ਹੋ ਜਾਵੇ। ਜੇਕਰ ਕੋਈ ਗਲਤੀ ਹੋ ਗਈ ਤਾਂ ਮੈਨੂੰ ਉਸ ਗਲਤੀ ਦਾ ਪਾਪ ਲੱਗੇਗਾ। ਇਹ ਸਾਡੀ ਸੋਚ ਹੁੰਦੀ ਹੈ ਧਾਰਮਿਕ ਕਰਮ ਕਾਂਡ ਕਰਦੇ ਹੋਏ। ਉੱਥੇ ਪ੍ਰਮਾਤਮਾ ਦੇ ਵਿੱਚ ਤੇ ਸਾਡਾ ਧਿਆਨ ਹੀ ਨਹੀਂ ਹੁੰਦਾ, ਸਾਡਾ ਧਿਆਨ ਹੀ ਬਾਹਰ ਵੱਲ ਲੱਗਿਆ ਹੁੰਦਾ ਹੈ। ਤੇ ਇਸੇ ਗੱਲ ਦੀ ਗੱਲ ਗੁਰੂ ਜੀ ਕਰ ਰਹੇ ਹਨ ਕਿ ਅਵਰ ਜਤਨ ਨਹੀਂ ਪਾਈਐ। ਉਸ ਪਰਮਾਤਮਾ ਦਾ ਨਾਮ ਧਿਆਉਣ ਤੋਂ ਬਿਨਾਂ ਹੋਰ ਬੇਸ਼ੱਕ ਅਸੀਂ ਜਿੰਨੇ ਮਰਜ਼ੀ ਯਤਨ ਕਰ ਲਈਏ ਉਸ ਪਰਮਾਤਮਾ ਨਾਲ ਸਾਂਝ ਕਾਇਮ ਨਹੀਂ ਹੋ ਸਕਦੀ। ਤੇ ਉਹਦਾ ਨਾਮ ਕਿਵੇਂ ਧਿਆਉਣਾ ਹੈ? ਸਿੰਪਲ ਤਰੀਕਾ ਹੈ ਕਿ ਉਹਨੂੰ ਸਦਾ ਆਪਣੇ ਚੇਤੇ ਦੇ ਵਿੱਚ ਰੱਖੋ। ਹਰ ਸਾਹ ਦੇ ਨਾਲ ਪਰਮਾਤਮਾ ਸਾਡੇ ਚੇਤੇ ਦੇ ਵਿੱਚ ਹੋਵੇ ਤੇ ਹੌਲੀ ਹੌਲੀ ਸਾਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਜਾਏਗਾ ਕਿ ਉਹ ਸਾਡੇ ਨਾਲ ਹੀ ਹੈ। ਲੱਖ ਹਿਕਮਤੀ ਜਾਨੀਐ ਆਗੈ ਤਿਲ ਨਹੀਂ ਮਾਨੀਐ। ਬੇਸ਼ੱਕ ਅਸੀਂ ਲੱਖ ਚਤੁਰਾਈਆਂ ਜਾਣਦੇ ਹੋਈਏ, ਪਰ ਜਦ ਮਾੜਾ ਸਮਾਂ ਆਉਂਦਾ ਹੈ ਸਾਡੀਆਂ ਚਤੁਰਾਈਆਂ ਦੇ ਵਿੱਚੋਂ ਇੱਕ ਵੀ ਕੰਮ ਨਹੀਂ ਆਉਂਦੀ ਤੇ ਸਾਡੀ ਇੱਜ਼ਤ ਪਲਾਂ ਦੇ ਵਿੱਚ ਖੁੱਸ ਜਾਂਦੀ ਹੈ। ਉਹਨਾਂ ਚਤੁਰਾਈਆਂ ਦੇ ਦਮ ਤੇ ਜੋ ਅਸੀਂ ਇੱਜ਼ਤ ਬਣਾਈ ਹੁੰਦੀ ਹੈ ਉਹ ਇੱਕ ਪਲ ਦੇ ਵਿੱਚ ਖਤਮ ਹੋ ਜਾਂਦੀ ਹੈ। ਭਾਰਤ ਦੇ ਵਿੱਚ ਅੱਜ ਦਾ ਜੋ ਸਮਾਂ ਚੱਲ ਰਿਹਾ ਹੈ ਇਹ ਇਸ ਗੱਲ ਦੀ ਇੱਕ ਬਹੁਤ ਵੱਡੀ ਉਦਾਹਰਨ ਹੈ। ਰਾਜਨੀਤਿਕ ਲੋਕਾਂ ਨੇ, ਨੇਤਾਵਾਂ ਨੇ ਆਪਣੀਆਂ ਚਤੁਰਾਈਆਂ ਵਰਤ ਕੇ ਹਕੂਮਤਾਂ ਹਾਸਲ ਕੀਤੀਆਂ, ਲੋਕਾਂ ਦੇ ਉੱਤੇ ਰਾਜ ਕਰਨ ਦਾ ਮੌਕਾ ਹਾਸਲ ਕੀਤਾ। ਆਪਣੀਆਂ ਚਤੁਰਾਈਆਂ ਦੇ ਵਿੱਚ ਰੁੱਝੇ ਹੋਏ ਉਹ ਇਸ ਗੱਲ ਤੋਂ ਅਣਜਾਣ ਹੋ ਗਏ ਕਿ ਇਹ ਰਾਜ ਉਹਨਾਂ ਨੂੰ ਲੋਕਾਂ ਨੇ ਬਖਸ਼ਿਆ ਹੈ, ਇਹ ਇੱਜ਼ਤ ਉਹਨਾਂ ਨੂੰ ਲੋਕਾਂ ਨੇ ਬਖਸ਼ੀ ਹੈ। ਤੇ ਹੁਣ ਸਮਾਂ ਅਜਿਹਾ ਆ ਗਿਆ ਹੈ ਕਿ ਉਹਨਾਂ ਦੀਆਂ ਲੱਖ ਚਤੁਰਾਈਆਂ ਵੀ ਕੰਮ ਨਹੀਂ ਆ ਰਹੀਆਂ। ਉਹ ਜਿੱਥੇ ਵੀ ਜਾ ਰਹੇ ਨੇ ਲੋਕ ਉਹਨਾਂ ਨੂੰ ਦੁਰਕਾਰ ਰਹੇ ਨੇ, ਉਹਨਾਂ ਨੂੰ ਆਪਣੀਆਂ ਜਾਨਾਂ ਬਚਾ ਕੇ ਭੱਜਣਾ ਪੈ ਰਿਹਾ ਹੈ। ਇੱਜ਼ਤ ਤਾਂ ਦੂਰ ਦੀ ਗੱਲ ਹੋ ਗਈ ਹੈ ਉਹਨਾਂ ਦੇ ਲਈ, ਇੱਜ਼ਤ ਤਾਂ ਬਹੁਤ ਪਹਿਲੇ ਦੀ ਖੁੱਸ ਗਈ ਹੈ। ਹੁਣ ਤੇ ਉਹਨਾਂ ਨੂੰ ਆਪਣੀਆਂ ਜਾਨਾਂ ਵੀ ਬਚਾ ਕੇ ਭੱਜਣਾ ਪੈ ਰਿਹਾ ਹੈ। ਜਿਹੜੀਆਂ ਚਤੁਰਾਈਆਂ ਦੇ ਨਾਲ ਉਹਨਾਂ ਨੇ ਰਾਜ ਭਾਗ ਹਾਸਲ ਕੀਤੇ ਸਨ
ਉਹ ਅੱਜ ਵੀ ਉਹਨਾਂ ਦੇ ਕੋਲ ਨੇ, ਪਰ ਉਹਨਾਂ ਦੇ ਕੰਮ ਨਹੀਂ ਆ ਰਹੀਆਂ ਕਿਉਂਕਿ ਲੋਕ ਸਿਆਣੇ ਹੋ ਗਏ ਨੇ। ਇਹ ਸਮਾਂ ਉਹਨਾਂ ਦੇ ਲਈ ਮਾੜਾ ਸਮਾਂ ਚੱਲ ਰਿਹਾ ਹੈ ਤੇ ਇਸ ਮਾੜੇ ਸਮੇਂ ਦੇ ਵਿੱਚ ਉਹਨਾਂ ਦੀ ਕੋਈ ਵੀ ਚਤੁਰਾਈ ਕੰਮ ਨਹੀਂ ਆ ਰਹੀ। ਇਹੀ ਇਹਨਾਂ ਪੰਕਤੀਆਂ ਦਾ ਅਸਲ ਦੇ ਵਿੱਚ ਭਾਵ ਹੈ ਕਿ ਲੱਖ ਹਿਕਮਤੀ ਜਾਨੀਐ, ਆਗੈ ਤਿਲ ਨਹੀਂ ਮਾਨੀਐ। ਅਹੰਬੁਧ ਕਰਮ ਕਮਾਵਨੇ, ਗ੍ਰਹਿ ਬਾਲੂ ਨੀਰ ਬਹਾਵਨੇ। ਅਹੰਬੁਧ ਤੋਂ ਭਾਵ ਹੰਕਾਰ ਵਾਲੀ ਬੁੱਧੀ। ਆਪਣੀ ਹੰਕਾਰ ਵਾਲੀ ਬੁੱਧੀ ਦੇ ਪਿੱਛੇ ਲੱਗ ਕੇ ਜਿਹੜੇ ਅਸੀਂ ਕਰਮ ਕਮਾਉਂਦੇ ਹਾਂ, ਫਿਰ ਤੋਂ ਧਾਰਮਿਕ ਕਰਮ ਕਾਂਡਾਂ ਦੀ ਗੱਲ ਹੋ ਰਹੀ ਹੈ। ਉਹਨਾਂ ਕਰਮ ਕਾਂਡਾਂ ਦੇ ਨਾਲ ਜੋ ਵੀ ਅਸੀਂ ਖੱਟੀ ਖੱਟਦੇ ਹਾਂ ਉਹ ਰੇਤ ਦੇ ਘਰ ਵਾਂਗ ਹੁੰਦੀ ਹੈ। ਗ੍ਰਹਿ ਬਾਲੂ ਤੋਂ ਭਾਵ ਰੇਤ ਦਾ ਘਰ, ਤੇ ਜਦੋਂ ਉਸ ਰੇਤ ਦੇ ਘਰ ਦੇ ਉੱਪਰ ਨੀਰ ਪੈਂਦਾ ਹੈ ਤਾਂ ਉਹ ਵਹਿ ਜਾਂਦਾ ਹੈ, ਢਹਿ ਜਾਂਦਾ ਹੈ, ਰੁੜ ਜਾਂਦਾ ਹੈ। ਤੇ ਇਹੀ ਕੰਮ ਧਾਰਮਿਕ ਕਰਮ ਕਾਂਡਾਂ 'ਚੋਂ ਕਮਾਈ ਹੋਈ ਖੱਟੀ ਦਾ ਹੁੰਦਾ ਹੈ। ਇੱਕ ਵਕਤ ਦੇ ਲਈ ਮਨੁੱਖ ਨੂੰ ਲੱਗਦਾ ਹੈ ਕਿ ਉਹਨੇ ਚੰਗਾ ਕੰਮ ਕੀਤਾ ਹੈ, ਪੁੰਨ ਦਾ ਕੰਮ ਕੀਤਾ ਹੈ, ਉਹਦੇ ਮਨ ਨੂੰ ਥੋੜ੍ਹੇ ਚਿਰ ਦੇ ਲਈ ਇੱਕ ਸ਼ਾਂਤੀ, ਇੱਕ ਆਸਰਾ ਮਿਲ ਜਾਂਦਾ ਹੈ, ਪਰ ਅਗਲੇ ਹੀ ਪਲ ਉਹ ਆਸਰਾ ਖੁੱਸ ਜਾਂਦਾ ਹੈ ਜਿਉਂ ਹੀ ਉਸ ਧਾਰਮਿਕ ਕਾਰਜ ਦੀ ਜੋ ਅਵਧੀ ਹੈ ਉਹ ਸਮਾਪਤ ਹੋ ਜਾਂਦੀ ਹੈ। ਪ੍ਰਭ ਕਿਰਪਾਲ ਕਿਰਪਾ ਕਰੈ, ਨਾਮ ਨਾਨਕ ਸਾਧੂ ਸੰਗ ਮਿਲੈ। ਹੇ ਨਾਨਕ, ਜਿਨ੍ਹਾਂ ਮਨੁੱਖਾਂ ਦੇ ਉੱਪਰ ਉਹ ਪ੍ਰਮਾਤਮਾ ਕਿਰਪਾ ਕਰਦਾ ਹੈ, ਉਹਨਾਂ ਨੂੰ ਸਾਧ ਸੰਗਤ ਦੇ ਵਿੱਚ ਜੁੜਨ ਦਾ ਮੌਕਾ ਮਿਲਦਾ ਹੈ। ਸਾਧ ਸੰਗਤ ਦੇ ਵਿੱਚ ਮਿਲ ਕੇ ਉਸ ਪ੍ਰਮਾਤਮਾ ਦਾ ਨਾਮ ਧਿਆਉਣ ਦਾ ਮੌਕਾ ਮਿਲਦਾ ਹੈ। ਗੌੜੀ ਮਹਿਲਾ ਪੰਜਵਾਂ। ਬਾਰ ਨੈ ਬਲਹਾਰ ਨੈ ਲੱਖ ਵਰੀਆ। ਮੈਂ ਉਸ ਪ੍ਰਮਾਤਮਾ ਦੇ ਨਾਮ ਤੋਂ ਲੱਖ ਵਾਰ ਸਦਕੇ ਜਾਂਦਾ ਹਾਂ, ਬਲਿਹਾਰੇ ਜਾਂਦਾ ਹਾਂ। ਨਾਮ ਹੋ ਨਾਮ ਸਾਹਿਬ ਕੋ ਪ੍ਰਾਨ ਅਦਰਿਆ ਰਹਾਓ। ਕਿਉਂਕਿ ਉਸ ਸਾਹਿਬ ਦਾ, ਉਸ ਪ੍ਰਮਾਤਮਾ ਦਾ ਨਾਮ ਹੀ ਜੀਵਾਂ ਦੀ ਜਿੰਦ ਦਾ ਆਸਰਾ ਹੈ। ਕਰਨ ਕਰਾਵਨ ਤੁਹੀ ਏਕ, ਜੀ ਜੰਤ ਕੀ ਤੁਹੀ ਟੇਕ। ਸਭ ਕੁਝ ਕਰਨ ਦੇ ਤੇ ਜੀਵਾਂ ਦੇ ਪਾਸੋਂ ਕਰਵਾਉਣ ਦੇ ਸਮਰੱਥ ਸਿਰਫ ਤੂੰ ਹੀ ਹੈ। ਸਾਰੇ ਜੀਵ ਜੰਤੂਆਂ ਦਾ ਸਹਾਰਾ ਤੂੰ ਹੀ ਹੈ। ਰਾਜ ਜੋਬਨ ਪ੍ਰਭ ਤੂੰ ਧਨੀ, ਤੂੰ ਨਿਰਗੁਣ ਤੂੰ ਸਰਗੁਣੀ। ਹਕੂਮਤ ਅਤੇ ਜਵਾਨੀ ਬਖਸ਼ਣ ਵਾਲਾ ਵੀ ਤੂੰ ਹੀ ਹੈ। ਹੇ ਪ੍ਰਮਾਤਮਾ, ਸਾਨੂੰ ਹਕੂਮਤ ਵੀ ਤੂੰ ਬਖਸ਼ਦਾ ਹੈ, ਸਾਨੂੰ ਜਵਾਨੀ ਵੀ ਤੂੰ ਬਖਸ਼ਦਾ ਹੈ, ਨਿਰਗੁਣ ਵੀ ਤੂੰ ਹੈ, ਸਰਗੁਣ ਵੀ ਤੂੰ ਹੈ। ਜਦੋਂ ਇਹ ਸੰਸਾਰ ਨਹੀਂ ਰਚਿਆ ਸੀ, ਮਾਇਆ ਦਾ ਨਾਮੋ ਨਿਸ਼ਾਨ ਵੀ ਨਹੀਂ ਸੀ, ਤਾਂ ਉਦੋਂ ਮਾਇਆ ਤੋਂ ਰਹਿਤ ਵੀ ਤੂੰ ਸੀ। ਤੇ ਹੁਣ ਜਦ ਤੂੰ ਸੰਸਾਰ ਰਚ ਦਿੱਤਾ ਹੈ, ਮਾਇਆ ਰਚ ਦਿੱਤੀ ਹੈ, ਤਾਂ ਮਾਇਆ ਵੀ ਤੂੰ ਹੀ ਹੈ। ਰਚੀ ਹੋਈ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਤੋਂ ਰਹਿਤ ਰਹਿਣਾ ਤੇਰਾ ਇੱਕ ਗੁਣ ਹੈ। ਈਹਾ ਊਹਾ ਤੁਮ ਰੱਖੇ, ਗੁਰ ਕਿਰਪਾ ਤੇ ਕੋ ਲਖੇ। ਲੋਕ ਵਿੱਚ ਅਤੇ ਪ੍ਰਲੋਕ ਵਿੱਚ ਮਨੁੱਖ ਦੀ ਜਿੰਦ ਦਾ ਆਸਰਾ ਤੂੰ ਹੀ ਹੈ। ਚੰਗੇ ਸਮੇਂ ਦੇ ਵਿੱਚ ਵੀ ਤੂੰ ਹੀ ਉਹਦਾ ਆਸਰਾ ਹੈ, ਮਾੜੇ ਸਮੇਂ ਦੇ ਵਿੱਚ ਵੀ ਤੂੰ ਹੀ ਉਹਦੇ ਨਾਲ ਹੈ। ਪਰ ਇਹ ਭੇਤ ਗੁਰੂ ਦੀ ਕਿਰਪਾ ਦੇ ਨਾਲ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ। ਅੰਤਰਜਾਮੀ ਪ੍ਰਭ ਸੁਜਾਨ, ਨਾਨਕ ਤਕੀਆ ਤੁਹੀ ਤਾਣ। ਉਹ ਪ੍ਰਮਾਤਮਾ ਸਭਨਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਅਤੇ ਸਿਆਣਾ ਵੀ ਹੈ। ਨਾਨਕ ਨੂੰ ਉਸ ਪ੍ਰਮਾਤਮਾ ਦਾ ਹੀ ਸਹਾਰਾ ਹੈ, ਉਸ ਪ੍ਰਮਾਤਮਾ ਦਾ ਹੀ ਬਲ ਹੈ। ਗੌੜੀ ਮਹਿਲਾ ਪੰਜਵਾਂ। ਹਰ 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 ਆਰਾਧੀਐ, ਸੰਤ ਸੰਗ ਹਰ ਮਨ ਵਸੈ। ਭਰਮ ਮੋਹ ਭਉ ਸਾਧੀਐ ਰਹਾਓ। ਉਸ ਪ੍ਰਮਾਤਮਾ ਦਾ ਨਾਮ ਧਿਆਉਣਾ ਚਾਹੀਦਾ ਹੈ, ਉਹਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ। ਇਹ ਨਾਮ ਸਿਮਰਨ ਦੀ ਦਾਤ ਸਾਧ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਦੇ ਵਿੱਚ ਜਦ ਅਸੀਂ ਜੁੜਦੇ ਹਾਂ, ਸਾਡੇ ਮਨ ਦੇ ਵਿੱਚ ਉਸ ਪ੍ਰਮਾਤਮਾ ਦਾ ਵਾਸ ਹੋ ਜਾਂਦਾ ਹੈ, ਤੇ ਜਦੋਂ ਉਹਦਾ ਵਾਸ ਸਾਡੇ ਮਨ ਦੇ ਵਿੱਚ ਹੋ ਗਿਆ ਤਾਂ ਸਾਡੇ ਮਨ ਦੇ ਵਿੱਚੋਂ ਹਰ ਪ੍ਰਕਾਰ ਦੇ ਭਰਮ, ਮੋਹ ਅਤੇ ਡਰ ਖਤਮ ਹੋ ਜਾਂਦੇ ਨੇ। ਇਹਨਾਂ ਚੀਜ਼ਾਂ ਦੇ ਉੱਪਰ ਸਾਡੇ ਮਨ ਦਾ ਕਾਬੂ ਪੈ ਜਾਂਦਾ ਹੈ। ਵੇਦ ਪੁਰਾਣ ਸਿਮਰਤ ਭਨੇ, ਸਭ ਊਚ ਵਿਰਾਜਤ ਜਨ ਸੁਨੇ। ਜੋ ਪੰਡਤ ਲੋਕ ਹਨ, ਉਹ ਵੇਦ ਪੁਰਾਣ ਤੇ ਸਮਿਰਤੀਆਂ ਆਦਿਕ ਧਾਰਮਿਕ ਪੁਸਤਕਾਂ ਪੜ੍ਹ ਕੇ ਆਪਣੇ ਆਪ ਨੂੰ ਬਹੁਤ ਉੱਚੇ ਸਮਝਦੇ ਹਨ, ਪਰ ਉਹਨਾਂ ਦਾ ਆਪਣੇ ਆਪ ਨੂੰ ਉੱਚੇ ਸਮਝਣਾ ਹੀ ਕਿਤੇ ਨਾ ਕਿਤੇ ਉਹਨਾਂ ਨੂੰ ਉੱਚੇ ਹੋਣ ਤੋਂ
ਰੋਕ ਦਿੰਦਾ ਹੈ। ਤੇ ਜੋ ਸੰਤ ਜਨ ਹੁੰਦੇ ਹਨ, ਜੋ ਉਸ ਪਰਮਾਤਮਾ ਦੇ ਸੱਚੇ ਸੇਵਕ ਹੁੰਦੇ ਹਨ, ਉਹ ਇਹਨਾਂ ਪੰਡਤ ਲੋਕਾਂ ਤੋਂ, ਵਿਦਵਾਨ ਲੋਕਾਂ ਤੋਂ ਵੀ ਬਹੁਤ ਉੱਚੀ ਆਤਮਿਕ ਅਵਸਥਾ 'ਤੇ ਪਹੁੰਚੇ ਹੁੰਦੇ ਹਨ। ਜ਼ਰੂਰੀ ਨਹੀਂ ਹੁੰਦਾ ਕਿ ਉਹਨਾਂ ਨੇ ਧਾਰਮਿਕ ਪੁਸਤਕਾਂ ਹੀ ਪੜ੍ਹੀਆਂ ਹੋਣ। ਉਹਨਾਂ 'ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਕਿ ਉਹ ਇੱਕ ਅਜਿਹੀ ਆਤਮਿਕ ਸਥਿਤੀ ਹਾਸਲ ਕਰ ਲੈਂਦੇ ਹਨ ਜਿੱਥੇ ਕਿ ਧਾਰਮਿਕ ਪੁਸਤਕਾਂ ਵੀ ਲਿਜਾ ਨਹੀਂ ਸਕਦੀਆਂ, ਜੇਕਰ ਪ੍ਰਮਾਤਮਾ ਦੀ ਮਿਹਰ ਸਾਡੇ 'ਤੇ ਨਾ ਹੋਵੇ। ਉਸ ਆਤਮਿਕ ਸਥਿਤੀ ਦੇ ਵਿੱਚ ਦੁਨਿਆਵੀ ਚੀਜ਼ਾਂ ਮੈਟਰ ਕਰਨੋਂ ਹਟ ਜਾਂਦੀਆਂ ਨੇ। ਹੁਣ ਜੋ ਵਿਦਵਾਨ ਲੋਕ ਨੇ, ਉਹਨਾਂ ਨੂੰ ਆਪਣੀ ਵਿੱਦਿਆ ਦੇ ਉੱਪਰ ਇੰਨਾ ਮਾਣ ਹੁੰਦਾ ਹੈ ਕਿ ਉਹ ਹੋਰਨਾਂ ਦੇ ਨਾਲ ਝਗੜਿਆਂ ਦੇ ਵਿੱਚ ਪਏ ਰਹਿੰਦੇ ਨੇ ਕਿ ਨਹੀਂ, ਜੋ ਅਸੀਂ ਕਹਿ ਰਹੇ ਹਾਂ ਇਹ ਸਹੀ ਹੈ, ਜੋ ਤੁਸੀਂ ਕਰ ਰਹੇ ਹੋ ਉਹ ਗਲਤ ਹੈ। ਉਹ ਇਹਨਾਂ ਝਗੜਿਆਂ ਦੇ ਵਿੱਚ ਪਏ ਰਹਿੰਦੇ ਨੇ ਤੇ ਇਹ ਉੱਚੀ ਆਤਮਿਕ ਅਵਸਥਾ ਦੀ ਨਿਸ਼ਾਨੀ ਨਹੀਂ। ਜੋ ਇਨਸਾਨ ਅਧਿਆਤਮਿਕਤਾ ਦੀ ਉਸ ਮਿਆਰ ਨੂੰ ਛੂਹ ਜਾਂਦਾ ਹੈ, ਉਹਨੂੰ ਇਹਨਾਂ ਦੁਨਿਆਵੀ ਝਗੜਿਆਂ ਨਾਲ ਮਤਲਬ ਨਹੀਂ ਰਹਿ ਜਾਂਦਾ। ਉਹ ਆਪਣੀ ਮਸਤੀ ਦੇ ਵਿੱਚ, ਆਪਣੀ ਫਕੀਰੀ ਦੇ ਵਿੱਚ, ਪਰਮਾਤਮਾ ਦੇ ਧਿਆਨ ਦੇ ਵਿੱਚ ਮਸਤ ਰਹਿੰਦਾ ਹੈ। ਸਗਲ ਅਸਥਾਨ ਭੈ ਭੀਤ ਚੀਨ। ਇਹ ਦੇਖਿਆ ਜਾਂਦਾ ਹੈ ਕਿ ਜੋ ਜੀਵ ਹਨ, ਉਹਨਾਂ ਦੇ ਹਿਰਦਿਆਂ ਦੇ ਵਿੱਚ ਡਰ ਬਣਿਆ ਰਹਿੰਦਾ ਹੈ। ਹਰ ਜੀਵ ਦੇ ਹਿਰਦੇ ਵਿੱਚ ਡਰ ਹੈ, ਕਿਸੇ 'ਚ ਥੋੜ੍ਹਾ, ਕਿਸੇ 'ਚ ਬਹੁਤਾ, ਕਿਸੇ ਦੇ ਵਿੱਚ ਕਿਸੇ ਪ੍ਰਕਾਰ ਦਾ ਡਰ, ਕਿਸੇ ਦੂਸਰੇ 'ਚ ਕਿਸੇ ਦੂਸਰੇ ਪ੍ਰਕਾਰ ਦਾ ਡਰ, ਪਰ ਹਰ ਹਿਰਦੇ ਦੇ ਵਿੱਚ ਡਰ ਬਣਿਆ ਹੋਇਆ ਹੈ। ਪਰ ਰਾਮ ਸੇਵਕ ਭੈ ਰਹਿਤ ਕੀਨ। ਪ੍ਰਮਾਤਮਾ ਦਾ ਨਾਮ ਸਿਮਰਨ ਸਾਨੂੰ ਭੈ ਰਹਿਤ ਕਰਦਾ ਹੈ, ਕਿਉਂਕਿ ਸਾਡੇ ਅੰਦਰ ਇਸ ਗੱਲ ਦਾ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਕੁਝ ਉਸ ਪਰਮਾਤਮਾ ਦੇ ਹੱਥ ਹੈ। ਸਾਡਾ ਫਰਜ਼ ਹੈ ਕੋਸ਼ਿਸ਼ ਕਰਨਾ, ਉਹ ਅਸੀਂ ਕਰਦੇ ਹਾਂ, ਸਾਨੂੰ ਕਰਨੀ ਚਾਹੀਦੀ ਹੈ। ਉਹਦੇ ਨਤੀਜੇ ਕੀ ਮਿਲਣੇ ਹਨ, ਇਹ ਉਸ ਪਰਮਾਤਮਾ ਦੇ ਹੱਥ ਹੈ। ਸਾਨੂੰ ਇਸ ਗੱਲ ਦਾ ਕੋਈ ਡਰ ਨਹੀਂ। ਜੋ ਸਾਡਾ ਫਰਜ਼ ਸੀ ਕੋਸ਼ਿਸ਼ ਕਰਨ ਦਾ, ਉਹ ਅਸੀਂ ਨਿਭਾਇਆ ਹੈ। ਅੱਗੇ ਉਸ ਪਰਮਾਤਮਾ ਦੀ ਮਰਜ਼ੀ। ਇਸ ਗੱਲ ਦਾ ਨਿਸ਼ਚਾ ਪਰਮਾਤਮਾ ਦੇ ਸੇਵਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਰਹਿੰਦਾ ਹੈ ਤੇ ਇਹ ਨਿਸ਼ਚਾ ਹੀ ਉਹਨਾਂ ਨੂੰ ਭੈ ਰਹਿਤ ਕਰਦਾ ਹੈ। 184 ਜੋਨ ਫਿਰੇ ਗੋਬਿੰਦ ਲੋਕ ਨਹੀਂ ਜਨਮ ਮਰੇ। ਜੋ ਸਧਾਰਨ ਜੀਵ ਹਨ, ਉਹ 84 ਲੱਖ ਜੂਨਾਂ ਦੇ ਗੇੜ ਦੇ ਵਿੱਚ ਪਏ ਰਹਿੰਦੇ ਹਨ, ਪਰ ਜੋ ਪਰਮਾਤਮਾ ਦੇ ਸੇਵਕ ਲੋਕ ਹਨ, ਉਹ ਜਨਮ ਮਰਨ ਦੇ ਗੇੜ ਦੇ ਵਿੱਚ ਨਹੀਂ ਪੈਂਦੇ। ਬਲ ਬੁੱਧ ਸਿਆਣਪ ਹਉਮੈ ਰਹੀ, ਹਰ ਸਾਧ ਸਰਣ ਨਾਨਕ ਗਹੀ। ਜਿਹੜੇ ਮਨੁੱਖ ਉਸ ਪਰਮਾਤਮਾ ਦਾ ਤੇ ਪਰਮਾਤਮਾ ਦੇ ਸੇਵਕਾਂ ਦਾ ਆਸਰਾ ਲੈਂਦੇ ਹਨ, ਉਹਨਾਂ ਦੀ ਸ਼ਰਨ ਦੇ ਵਿੱਚ ਜਾ ਪੈਂਦੇ ਹਨ। ਹੇ ਨਾਨਕ, ਉਹ ਆਪਣੀ ਬਲ, ਆਪਣੀ ਬੁੱਧੀ, ਆਪਣੀ ਸਿਆਣਪ ਤੇ ਹਉਮੈ ਨੂੰ ਤਿਆਗ ਦਿੰਦੇ ਹਨ। ਉਹਨਾਂ ਨੂੰ ਆਪਣੀ ਤਾਕਤ, ਆਪਣੀ ਸਿਆਣਪ ਦੇ ਉੱਪਰ ਮਾਣ ਨਹੀਂ ਰਹਿੰਦਾ। ਉਹਨਾਂ ਨੂੰ ਮਾਣ ਹੁੰਦਾ ਹੈ ਤਾਂ ਸਿਰਫ ਉਸ ਪਰਮਾਤਮਾ 'ਤੇ ਜੋ ਸਭ ਕੁਝ ਕਰਨ ਕਰਾਵਣ ਦੇ ਸਮਰੱਥ ਹੈ। ਗੌੜੀ ਮਹਿਲਾ ਪੰਜਵਾਂ। ਮਨ ਰਾਮ ਨਾਮ ਗੁਣ ਗਾਈਐ, ਨੀਤ ਨੀਤ ਹਰ ਸੇਵੀਐ, ਸਾਸ ਸਾਸ ਹਰ ਧਿਆਈਐ ਰਹਾਓ। ਮਨ ਦੇ ਵਿੱਚ ਉਸ ਪਰਮਾਤਮਾ ਦੇ ਗੁਣਾਂ ਦਾ ਗੁਣਗਾਨ ਕਰਨਾ ਚਾਹੀਦਾ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਹਰ ਰੋਜ਼ ਉਸ ਪਰਮਾਤਮਾ ਦੀ ਸੇਵਾ ਕਰਨੀ ਚਾਹੀਦੀ ਹੈ। ਹਰ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਧਿਆਉਣਾ ਚਾਹੀਦਾ ਹੈ। ਸੰਤ ਸੰਗ ਹਰ ਮਨ ਵਸੈ। ਸਾਧ ਸੰਗਤ ਦੇ ਵਿੱਚ ਜੁੜ ਕੇ ਹੀ ਉਸ ਪਰਮਾਤਮਾ ਦਾ ਸਾਡੇ ਮਨ ਦੇ ਵਿੱਚ ਵਾਸ ਹੁੰਦਾ ਹੈ ਤੇ ਜਦੋਂ ਉਹ ਵਾਸ ਹੋ ਗਿਆ, ਦੁੱਖ ਦਰਦ ਹਨੇਰਾ ਭਰਮ ਨਸੈ। ਤਾਂ ਸਾਡੇ ਮਨ ਦੇ ਵਿੱਚੋਂ ਦੁੱਖ ਦਰਦ ਹਨੇਰਾ, ਅਗਿਆਨਤਾ ਦਾ ਹਨੇਰਾ ਤੇ ਹਰ ਪ੍ਰਕਾਰ ਦੇ ਭਰਮ ਭਟਕਣਾ ਨਸ ਜਾਂਦੀਆਂ ਨੇ। ਸੰਤ ਪ੍ਰਸਾਦ ਹਰ ਜਾਪੀਐ, ਸੋ ਜਨ ਦੂਖ ਨਾ ਵਿਆਪੀਐ। ਜਿਹੜੇ ਮਨੁੱਖ ਨੂੰ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਣ ਦੀ ਸੋਝੀ ਆ ਜਾਂਦੀ ਹੈ, ਉਹਨੂੰ ਫਿਰ ਕਦੇ ਵੀ ਦੁੱਖ ਨਹੀਂ ਵਿਆਪਦਾ। ਉਹ ਇਨਸਾਨ ਕਦੇ ਵੀ ਦੁਖੀ ਨਹੀਂ ਹੁੰਦਾ। ਜਰਾ ਸੋਚ ਕੇ ਦੇਖੋ ਕਿ ਸਾਡੇ ਗੁਰੂ ਸਾਹਿਬਾਨ, ਕੀ ਉਹ ਕਦੇ ਦੁਖੀ ਹੋਏ ਹੋਣਗੇ? ਇੰਨੀਆਂ ਤਸ਼ੱਦਦਾਂ, ਇੰਨੀਆਂ ਔਕੜਾਂ ਸਹਿਣ ਦੇ ਬਾਵਜੂਦ ਵੀ ਉਹਨਾਂ ਦੇ ਮਨ ਸਦਾ ਅਜਿੱਤ ਰਹੇ ਨੇ। ਦੁੱਖ ਨੇੜੇ ਢੁਕਿਆ ਹੀ ਨਹੀਂ, ਕਿਉਂਕਿ ਦੁੱਖ ਮਨ 'ਚੋਂ ਉਤਪੰਨ ਹੁੰਦਾ ਹੈ ਤੇ ਉਹਨਾਂ ਦੇ ਮਨ ਤਾਂ ਸਦਾ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਤਾਂ ਦੁੱਖ ਨੇੜੇ ਆ ਹੀ ਨਹੀਂ ਸਕਦਾ ਸੀ। ਜਾ ਕਉ ਗੁਰ ਹਰ ਮੰਤਰ ਦੇ, ਸੋ ਉਬਰਿਆ ਮਾਇਆ ਅਗਨ ਤੇ। ਜਿਸ ਮਨੁੱਖ ਨੂੰ ਗੁਰੂ ਉਸ ਪਰਮਾਤਮਾ ਦੇ ਨਾਮ ਸਿਮਰਨ ਦਾ ਮੰਤਰ ਦੇ ਦਿੰਦਾ ਹੈ,
ਉਹ ਮਨੁੱਖ ਮਾਇਆ ਦੀ ਅਗਨੀ ਚੋਂ ਉੱਭਰ ਜਾਂਦਾ ਹੈ, ਬਚ ਜਾਂਦਾ ਹੈ। ਨਾਨਕ ਕਉ ਪ੍ਰਭ ਮਇਆ ਕਰ, ਕਿ ਹੇ ਪ੍ਰਮਾਤਮਾ ਨਾਨਕ ਦੇ ਉੱਪਰ ਕਿਰਪਾ ਕਰ, ਦਇਆ ਕਰ। ਮੇਰਾ ਮਨ ਤਨ ਵਾਸੈ ਨਾਮ ਹਰ, ਕਿ ਮੇਰੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਮ ਦਾ ਵਾਸ ਹੋ ਜਾਵੇ। ਗੌੜੀ ਮਹਿਲਾ ਪੰਜਵਾਂ। ਰਸਨਾ ਜਪੀਐ ਏਕ ਨਾਮ, ਇਹਾ ਸੁਖ ਆਨੰਦ ਘਨਾ, ਆਗੈ ਜੀ ਕੈ ਸੰਗ ਕਾਮ ਰਹਾਉ। ਆਪਣੀ ਜੀਵ ਦੇ ਨਾਲ ਉਸ ਇੱਕ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ। ਇਹਦੇ ਨਾਲ ਇਸ ਲੋਕ ਦੇ ਵਿੱਚ ਸਾਨੂੰ ਸੁੱਖ ਤੇ ਆਨੰਦ ਮਿਲਦਾ ਹੈ ਤੇ ਪ੍ਰਲੋਕ ਦੇ ਵਿੱਚ ਇਹ ਸਾਡੀ ਜਿੰਦ ਦੇ ਕੰਮ ਆਉਂਦਾ ਹੈ। ਜਦ ਮਾੜਾ ਸਮਾਂ ਆਉਂਦਾ ਹੈ ਤਾਂ ਪਰਮਾਤਮਾ ਦਾ ਨਾਮ ਸਾਨੂੰ ਆਸਰਾ ਦਿੰਦਾ ਹੈ। ਕੱਟਿਐ ਤੇਰਾ ਅਹਿਮ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਜੋਗ। ਜੇ ਤੂੰ ਪਰਮਾਤਮਾ ਦਾ ਨਾਮ ਜਪੇ ਤਾਂ ਤੇਰਾ ਅਹੰਕਾਰ ਦਾ ਰੋਗ ਵੀ ਕੱਟਿਆ ਜਾ ਸਕਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਤੂੰ ਗ੍ਰਹਿਸਥ ਦਾ ਸੁੱਖ ਵੀ ਮਾਣ ਸਕਦਾ ਹੈ ਤੇ ਉਸ ਪਰਮਾਤਮਾ ਦਾ ਮਿਲਾਪ ਵੀ ਪ੍ਰਾਪਤ ਕਰ ਸਕਦਾ ਹੈ। ਰਾਜ ਤੋਂ ਭਾਵ ਗ੍ਰਹਿਸਥ ਦਾ ਸੁੱਖ ਤੇ ਜੋਗ ਤੋਂ ਭਾਵ ਪਰਮਾਤਮਾ ਦੇ ਨਾਲ ਮਿਲਾਪ। ਹਰ ਰਸ ਜਿਨ ਜਨ ਚਾਖਿਆ, ਤਾਕੀ ਤ੍ਰਿਸ਼ਨਾ ਲਾਥੀਆ। ਜਿਸ ਸੇਵਕ ਨੇ ਉਸ ਪਰਮਾਤਮਾ ਦਾ ਨਾਮ ਰਸ ਚੱਖ ਲਿਆ, ਉਹਦੀ ਹੋਰ ਸਭ ਪ੍ਰਕਾਰ ਦੀ ਤ੍ਰਿਸ਼ਨਾ ਲੱਥ ਗਈ, ਦੁਨਿਆਵੀ ਤ੍ਰਿਸ਼ਨਾਵਾਂ ਖਤਮ ਹੋ ਗਈਆਂ। ਹਰ ਵਿਸਰਾਮ ਨਿਧ ਪਾਇਆ, ਸੋ ਬਹੁਰ ਨਾ ਕਤ ਹੀ ਧਾਇਆ। ਜਿਸ ਮਨੁੱਖ ਨੇ ਸ਼ਾਂਤੀ ਰੂਪ ਉਸ ਪਰਮਾਤਮਾ ਦਾ ਖਜ਼ਾਨਾ ਪਾ ਲਿਆ, ਉਹ ਫਿਰ ਬਾਹਰ ਨਹੀਂ ਭਟਕਦਾ, ਉਹਦੀਆਂ ਦੁਨਿਆਵੀ ਭਟਕਣਾ ਖਤਮ ਹੋ ਜਾਂਦੀਆਂ ਨੇ। ਹਰ ਹਰ ਨਾਮ ਜਾਕੋ ਗੁਰ ਦੀਆ, ਨਾਨਕ ਤਾਕਾ ਭਉ ਗਿਆ। ਹੇ ਨਾਨਕ, ਜਿਸ ਮਨੁੱਖ ਨੂੰ ਗੁਰੂ ਨੇ ਉਸ ਪਰਮਾਤਮਾ ਦਾ ਨਾਮ ਬਖਸ਼ ਦਿੱਤਾ, ਪਰਮਾਤਮਾ ਦੇ ਨਾਮ ਦੀ ਦਾਤ ਦੇ ਦਿੱਤੀ, ਉਹਦਾ ਹਰ ਕਿਸਮ ਦਾ ਡਰ ਦੂਰ ਹੋ ਗਿਆ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 211ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਉਸ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੇ ਹਾਂ ਕਿ ਸਾਨੂੰ ਸਭਨਾਂ ਨੂੰ, ਸਾਰੀ ਲੋਕਾਈ ਨੂੰ ਉਹ ਅਕਾਲ ਪੁਰਖ ਸਮੱਤ ਬਖਸ਼ੇ ਤੇ ਸਾਡੇ ਖਾਨਿਆਂ ਦੇ ਵਿੱਚ ਇਹ ਗੱਲ ਪੈ ਜਾਵੇ ਕਿ ਮਾੜੇ ਸਮੇਂ ਦੇ ਦੌਰਾਨ ਸਾਡੀਆਂ ਲੱਖ ਸਿਆਣਪਾਂ, ਲੱਖ ਚਤੁਰਾਈਆਂ ਵੀ ਕੰਮ ਨਹੀਂ ਆਉਂਦੀਆਂ। ਉਸ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿਣ ਦਾ ਸਾਨੂੰ ਬਲ ਬਖਸ਼ੇ ਉਹ ਪਰਮਾਤਮਾ। ਇਸ ਗੱਲ ਦੇ ਉੱਪਰ ਸਾਡਾ ਨਿਸ਼ਚਾ ਹੋਵੇ ਕਿ ਸਾਰੀ ਕਲਾ ਉਹਦੀ ਰਜ਼ਾ ਦੇ ਵਿੱਚ ਹੀ ਵਰਤ ਰਹੀ ਹੈ। ਜੀਵ ਉਹਦੇ ਹੱਥਾਂ ਦੀ ਇੱਕ ਕਠਪੁਤਲੀ ਹੈ, ਉਹ ਜਿਵੇਂ ਨਚਾਉਣਾ ਚਾਹੁੰਦਾ ਹੈ ਅਸੀਂ ਨੱਚਦੇ ਹਾਂ। ਆਪਣੀਆਂ ਸਿਆਣਪਾਂ ਦੇ ਉੱਪਰ, ਆਪਣੀ ਅਕਲ, ਆਪਣੀ ਸੁੰਦਰਤਾ ਤੇ ਆਪਣੇ ਸਰੀਰਕ ਬਲ ਦੇ ਉੱਪਰ ਜੋ ਸਾਡਾ ਮਾਣ ਹੰਕਾਰ ਹੁੰਦਾ ਹੈ, ਉਹ ਨਾ ਹੋਵੇ। ਸਾਨੂੰ ਇਹ ਸੋਝੀ ਉਹ ਪਰਮਾਤਮਾ ਬਖਸ਼ੇ ਕਿ ਅਸੀਂ ਸਦਾ ਉਹਦੇ ਭਾਣੇ ਦੇ ਵਿੱਚ ਰਹਿ ਸਕੀਏ, ਆਪਣੀ ਮੱਤ ਨੂੰ ਤਿਆਗ ਸਕੀਏ। ਇਸੇ ਰਾਹ ਦੇ ਉੱਤੇ ਚੱਲਦੇ ਚੱਲਦੇ ਇੱਕ ਦਿਨ ਉਹ ਸਥਿਰਤਾ ਦਾ ਮੁਕਾਮ ਹਾਸਲ ਕਰ ਲਈਏ, ਜਿੱਥੇ ਜਾ ਕੇ ਦੁੱਖ ਤੇ ਸੁੱਖ ਦੇ ਵਿੱਚ ਸਮਾਨਤਾ ਹੋ ਜਾਂਦੀ ਹੈ, ਦੋਹਾਂ ਦੇ ਵਿੱਚ ਫਰਕ ਨਹੀਂ ਰਹਿ ਜਾਂਦਾ। ਸੋ ਇਹਨਾਂ ਸਾਰੇ ਸੰਦੇਸ਼ਾਂ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।